लंबे समय तो साडे जिहड़े लोक ने वो रुलदे नज़र आ रहे हैं। लंबे समय तो असीं दुहाड़ ला रहे हैं जिहड़ा बरगाड़ी दे मोर्चे दे विच साडे गुरु ग्रंथ साहिब दी बेअदबी हुई ਉਹਦੀ दुहाड़ ला रहे हैं। सानूं ਨਿਆਂ ना मिलण दे करके सानूं ਜਿਹੜੇ ਸੋਧੇ ਲਾਉਣੇ ਪੈ ਰਹੇ ਨੇ ਵੀ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਜਿਹੜੇ ਸਿੱਖ ਪੰਥ ਦੇ ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਮਾਰਨ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ ਇਹਨਾਂ ਨੂੰ ਆਪਣੇ ਹੱਥ ਕਾਨੂੰਨ ਨੂੰ ਹੱਥ ਲੈਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਆਪਣੇ ਅਕਾਲ ਤਖਤ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਬਣਿਆ ਹੋਇਆ ਉੱਥੇ ਜਾ ਕੇ ਇਹਨਾਂ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਆ। ਜਿਹੜੇ ਹੁਣ ਉਹ ਬੰਦੇ ਸੀਗੇ ਉੱਥੇ ਜਿਨ੍ਹਾਂ ਨੂੰ ਕਤਲੇ ਗੈਰਤ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਸਾਡਾ ਮੁੱਦਾ ਹੀ ਖਤਮ ਹੋ ਗਿਆ। ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਮਾਰ ਦਿੱਤਾ ਗਿਆ, ਮੁੱਦਾ ਹੀ ਖਤਮ ਹੋ ਗਿਆ। ਇੱਥੇ ਕਪੂਰਥਲੇ ਦੇ ਵਿੱਚ ਬੰਦੇ ਨੂੰ ਮਾਰ ਦਿੱਤਾ ਗਿਆ, ਮੁੱਦਾ ਹੀ ਖਤਮ ਹੋ ਗਿਆ। ਇਹਨਾਂ ਨੂੰ ਕਿਉਂ ਨਹੀਂ ਉੱਥੇ ਜਾ ਕੇ 3rd ਡਿਗਰੀ ਟੌਰਚਰ ਕਰਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ? ਤੁਹਾਨੂੰ ਕੀ ਲੱਗਦਾ ਜਿਹੜਾ ਪ੍ਰਸ਼ਾਸਨ ਹੈ ਇੱਕ ਤੇ ਖੁਦ ਤਾਂ ਨਹੀਂ ਕਰਵਾ ਰਿਹਾ, ਕੋਈ ਲੋਕਾਂ ਦੇ ਵਾਰ-ਵਾਰ ਇੱਕ ਹੀ ਸਵਾਲ ਮਾਈਂਡ ਦੇ ਵਿੱਚ ਆ ਰਿਹਾ ਹੈਗਾ ਜਿਹੜੇ ਹੁਣ ਵੀ ਸਰਕਾਰਾਂ ਨੇ ਬੇਅਦਬੀ ਕਰਵਾ ਰਹੀਆਂ ਨੇ ਤੇ ਇਸ ਬੇਅਦਬੀ ਦੇ ਉੱਤੇ ਸਿਆਸਤ ਖੇਡ ਕੇ ਵੋਟਾਂ ਵਟੋਰਨਗੀਆਂ। ਕੀ ਇਹ ਸਹੀ ਗੱਲ ਹੈ? ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਦੇ ਉੱਤੋਂ ਇਹਨਾਂ ਦੀ ਫੈਮਿਲੀ ਆ ਜਿਹੜੀ ਹਰਿਮੰਦਰ ਸਾਹਿਬ ਦੇ ਉੱਤੇ ਕਾਬਜ ਆ। ਇਹਨਾਂ ਦੀ ਰਹਿਨਮਾਈ ਦੇ ਇਹਨਾਂ ਦੀ ਸੋਵਰੀਅਨ ਪਾਵਰ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਦੇ ਵਿੱਚ ਜਿਹੜੀ ਇੱਕ ਅੰਗ ਪਾੜੇ ਗਏ, ਉਹਨਾਂ ਦੇ ਅੰਗ ਰੂੜੀ ਤੇ ਸਿੱਟੇ ਗਏ, ਇੱਕ ਵੱਡੀ ਘਟਨਾ ਵਾਪਰੀ। ਉਹਨਾਂ ਦੀ ਸਰਕਾਰ ਰਹਿੰਦੇ ਹੋਏ ਲੰਬਾ ਸਮਾਂ ਸਰਕਾਰ ਤੋਂ 14 ਤੋਂ ਲੈ ਕੇ 17 ਦੇ ਵੀ ਸਰਕਾਰ ਚੁਣੀਆਂ ਤੇ 3 ਸਾਲ ਤੱਕ ਅਕਾਲੀ ਦਲ ਦੇ ਕੋਲੇ ਸੀ। ਉਹਨਾਂ ਬੰਦਿਆਂ ਨੇ ਕਿਉਂ ਨਹੀਂ ਛਾਣਬੀਨ ਕਰਾਈ? ਅੱਜ ਇੱਕ ਸ਼ੱਕ ਦੀ ਨਜ਼ਰ ਆ ਜਿਹੜੀ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵੱਲ ਜਾਂਦੀ ਆ। ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ। ਉਹਨੇ ਕਿਹਾ ਵੀ ਅਸੀਂ ਜਿਹੜੇ ਬਰਗਾੜੀ ਦੇ ਵਿੱਚ ਜਿਹੜਾ ਮਤਲਬ ਕਿ ਕਾਂਡ ਹੋਇਆ ਹਰਿਮੰਦਰ ਸਾਹਿਬ ਦੇ ਜਿਹੜੇ ਆਪਣੇ ਜਿਹੜੇ ਅੰਗ ਖਿਲਾਰੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਵੱਡੇ ਪੱਧਰ ਦੇ ਉੱਤੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ। ਕੀ ਕੈਪਟਨ ਅਮਰਿੰਦਰ ਸਜ਼ਾਵਾਂ ਦਿਵਾ ਸਕਿਆ? 100 ਸਾਲ ਅਸੀਂ ਲੰਬਾ ਸਮਾਂ ਸੰਘਰਸ਼ ਲੜਿਆ, ਚਾਬੀਆਂ ਵਾਲਾ ਕੂੰਜੀਆਂ ਵਾਲਾ ਮੋਰਚਾ ਲੜਿਆ ਸੀ। ਕਿੰਨਾ ਤੋਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਸੰਦ ਗੁਰਦੁਆਰਿਆਂ ਦੇ ਵਿੱਚ ਬੜੇ ਪੁੱਠੇ ਕੰਮ ਕਰਦੇ ਸੀ, ਕੰਜਰੀਆਂ ਨਚਾਉਂਦੇ ਸੀ, ਬਹੁਤ ਜ਼ਿਆਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ। ਚਾਬੀਆਂ ਵਾਲਾ ਮੋਰਚਾ ਲਾ ਕੇ ਉਹਨਾਂ ਮਸੰਦਾਂ ਨੂੰ ਬਾਹਰ ਕੱਢਿਆ ਗਿਆ। ਅੱਜ ਮੈਂ ਇੱਥੋਂ ਕਹਿਣਾ ਚਾਹੁੰਦਾ ਦਾਅਵੇ ਨਾਲ ਵੀ ਜਿਹੜੇ ਮਸੰਦ ਬੈਠੇ ਨੇ ਪ੍ਰਕਾਸ਼ ਸਿੰਘ ਬਾਦਲ ਵਰਗੇ, ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਇੱਕ ਕਮੇਟੀ ਬਣੀ ਹੋਈ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਅੰਡਰ ਜਿਹੜੀਆਂ ਇਹ ਕਿਤੇ ਜਗੀਰੋਂ ਨੂੰ ਲਾ ਦਿੰਦੇ ਨੇ ਪ੍ਰਧਾਨ, ਕਿਤੇ ਕਿਸੇ ਨੂੰ ਲਾ ਦਿੰਦੇ ਨੇ ਪ੍ਰਧਾਨ। ਇਹਨਾਂ ਲੋਕਾਂ ਨੂੰ ਸਾਨੂੰ ਡੱਕਰਨਾ ਪਊਗਾ। ਇਹਨਾਂ ਮਸੰਦਾਂ ਤੋਂ ਸਾਨੂੰ ਗੁਰਦੁਆਰੇ ਦੇ ਵਿੱਚ ਜਿਹੜੀ ਪ੍ਰਬੰਧਕੀ ਕਮੇਟੀ ਆ ਹਰਿਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠੀ ਆ ਉਹਦੇ ਉੱਤੇ ਸਾਨੂੰ ਨਿਆਕਤ ਦਿਵਾਉਣੀ ਪਊਗੀ। ਜੇਕਰ ਅਸੀਂ ਇਹਨਾਂ ਮਸੰਦਾਂ ਨੂੰ ਨਹੀਂ ਡੱਕਰਦੇ, ਇਹਨਾਂ ਦੇ ਲਈ ਅਸੀਂ ਮੋਰਚੇ ਨਹੀਂ ਲਾਉਂਦੇ, ਤਾਂ ਮੈਂ 100% ਕਹਿਣਾਗਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉਹ ਇੱਦਾਂ ਹੀ ਹੁੰਦੀ ਰਹੂਗੀ। ਕਿਤੇ ਨਾ ਕਿਤੇ ਵੱਡੀਆਂ ਨਲਾਇਕੀਆਂ ਨੇ ਜਿਹੜੀਆਂ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਰਹੀਆਂ ਨੇ, ਉਹਨਾਂ ਨੇ ਹਜੇ ਤੱਕ ਕਾਨੂੰਨ ਹੀ ਨਹੀਂ ਬਣਾਇਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਨੇ, ਚਾਹੇ ਉਹ ਜਪਜੀ ਸਾਹਿਬ ਹੋਵੇ, ਸੁਖਮਨੀ ਸਾਹਿਬ ਹੋਵੇ, ਚਾਹੇ ਉਹਦੇ ਜਿੰਨੇ ਵੀ ਸਾਡੇ ਪਾਠ ਨੇ, ਉਹਨਾਂ ਪਾਠ ਜਿਹਨੂੰ ਦੇਣ ਦੇ ਲਈ ਉਹਨਾਂ ਦੇ ਉੱਤੇ ਇੱਕ ਸਰਟੀਫਿਕੇਟ ਜਾਰੀ ਹੋਵੇ, ਉਹਨਾਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਸਟੈਂਪ ਜਾਰੀ ਹੋਵੇ, ਇੱਕ ਕੋਡਿੰਗ ਨੰਬਰ ਲੱਗੇ ਵੀ ਹਾਂ ਗੁਟਕਾ ਸਾਹਿਬ ਕਿਹੜੇ ਬੰਦੇ ਕੋਲੇ ਗਿਆ। ਸੋਧਾ ਲਾਉਣਾ ਸਾਡਾ ਐਂਡ ਵਾਲਾ ਪਾਰਟ ਆ। ਮੈਂ ਵੀ ਇਹ ਚੀਜ਼ ਦਾ ਕਿਤੇ ਨਾ ਕਿਤੇ ਜਾ ਕੇ ਚੀਜ਼ ਦਾ ਮੈਂ ਵਿਰੋਧ ਕਰਦਾ, ਚਾਹੇ ਮੈਨੂੰ ਥੱਲੇ ਕਮੈਂਟਾਂ ਥੱਲੇ ਮੇਰੇ ਦੋਸਤ ਗਾਲਾਂ ਕੱਢਣ, ਪਰ ਮੈਂ ਕਹਿਣਾ ਸੋਧਾ ਲਾ ਦਿੰਦੇ। ਸੋਧਾ ਲਾਉਣਾ ਜ਼ਰੂਰੀ ਆ, ਪਰ ਉਹਨੂੰ ਪੁੱਛ ਪੜਤਾਲ ਕਰਕੇ ਸੋਧਾ ਲਾ ਦਿੰਦੇ, ਕਿਉਂਕਿ ਸਿੰਘ ਸਾਡੇ ਬਹੁਤ ਜੁਝਾਰੂ ਨੇ, ਮਜ਼ਬੂਤ ਨੇ। ਪਰ ਮੈਂ ਅੱਗੇ ਤੋਂ ਵੀ ਇਹ ਗੱਲ ਕਹਿਣੀ ਚਾਹੁੰਦਾ, ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ। ਇੱਕ ਵੱਡਾ ਮੈਸੇਜ ਇਹ ਆ ਮੇਰਾ ਵੀ ਸੋਧਾ ਲਾਉਣ ਤੋਂ ਪਹਿਲਾਂ ਉਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ, ਉਹਦੀ ਜਾਂਚ ਕੀਤੀ ਜਾਵੇ, ਉਹਨੂੰ ਪੂਰਾ ਦੇਖਿਆ ਜਾਵੇ। 15 ਦਿਨ 10 ਦਿਨ ਆਪਣਾ ਜਿਹੜਾ ਅਕਾਲ ਤਖਤ ਬਣਿਆ ਹੋਇਆ ਉਹ ਕਿਸੇ ਚੀਜ਼ ਤੋਂ ਘੱਟ ਨਹੀਂ। नमस्कार, पंजाब न्यूज़ ਨਾਲ जुड़ियो तुसीं ते मैं हरदीप शेरपुर ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਪੰਜਾਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਸਿਆਸਤ ਦਾ ਮਾਹੌਲ ਬੜਾ ਗਰਮਾਇਆ ਹੋਇਆ ਹੈਗਾ ਤੇ ਇਸੇ ਮਾਹੌਲ ਦੇ ਵਿੱਚ ਭੰਗ ਪਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈਗੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਇੱਕ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈਗੀ ਤੇ ਉਸ ਤੋਂ ਬਾਅਦ ਕਪੂਰਥਲੇ ਦੇ ਵਿੱਚ ਵੀ ਇੱਕ ਜਿਹੜੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈਗੀ। ਇਹ ਘਟਨਾਵਾਂ ਹੋਣ ਦੇ ਅਸਲ ਕਾਰਨ ਕੀ ਨੇਗੇ, ਇਸ ਵਿਸ਼ੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਟੀਮ ਦੇ ਪਿੱਛੇ ਕਿਹੜੀ ਏਜੰਸੀਆਂ ਕੰਮ ਕਰਦੀਆਂ ਨੇਗੀਆਂ ਜਾਂ ਫਿਰ ਕੀ ਪਰਪਸ ਹੋ ਸਕਦੇ ਨੇ ਇਹ ਕੰਮ ਕਰਨ ਦੇ। ਆਪਾਂ ਇਸ ਵਿਸ਼ੇ ਤੇ ਗੱਲ ਕਰਨੀ। ਸਾਡੇ ਨਾਲ ਐਡਵੋਕੇਟ ਜਸਵੀਰ ਸਿੰਘ ਖੇੜੀ ਜੀ ਮੌਜੂਦ ਨੇ, ਚੰਗੀ ਨੌਲੇਜ ਰੱਖਦੇ ਨੇ ਇਸ ਧਾਰਮਿਕ ਦੇ ਕਿੱਤਿਆਂ ਬਾਰੇ, ਧਾਰਮਿਕ ਭਾਵਨਾਵਾਂ ਬਾਰੇ। ਪਰ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਇਹ ਏਜੰਸੀਆਂ ਇਹ ਬੇਅਦਬੀ ਨੂੰ ਮੁੱਖ ਰੱਖਦੇ ਹੋਏ ਕਈ ਅੰਜਾਮ ਦੇ ਰਹੀਆਂ ਨੇ, ਕੀ ਕਾਰਨ ਹੋ ਸਕਦੇ। ਸਭ ਤੋਂ ਪਹਿਲਾਂ ਜਸਵੀਰ ਸਿੰਘ ਖੇੜੀ ਜੀ ਤੁਹਾਡਾ ਸਵਾਗਤ ਕਰਦੇ ਪੰਜਾਬ ਨਿਊਜ਼ ਚੈਨਲ ਤੇ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹਰਦੀਪ ਜੀ, ਸ਼ੇਰਪੁਰ ਜੀ, ਜੋ ਕਿ ਸਮੇਂ-ਸਮੇਂ ਤੇ ਸਾਡੇ ਕੋਲੇ ਤੁਹਾਡਾ ਪੰਜਾਬ ਨਿਊਜ਼ ਚੈਨਲ
ਦੇ ਜ਼ਰੀਏ ਸਾਡੀਆਂ ਗੱਲਾਂ ਬਾਤਾਂ ਨੂੰ ਤੁਸੀਂ ਪਬਲਿਕ ਦੇ ਵਿੱਚ ਫਲੈਸ਼ ਕਰਦੇ ਹੋ ਔਰ ਜਿਹੜੇ ਗਰਾਊਂਡ ਰਿਐਲਿਟੀ ਆ ਉਹ ਮੁੱਦਿਆਂ ਨੂੰ ਤੁਸੀਂ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਹੋ ਜੀ। ਖੇੜੀ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੋਊਗਾ, ਜਿਹੜਾ ਬੇਅਦਬੀ ਦੇ ਕਾਂਡ ਹੋ ਰਹੇ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੋਇਆ ਹੈਗਾ, ਕਪੂਰਥਲੇ ਦੇ ਵਿੱਚ ਵੀ ਹੋਇਆ ਹੈਗਾ, ਇਹ ਧਾਰਮਿਕ ਭਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਜਾਂ ਫਿਰ ਜਿਹੜਾ ਕਹਿ ਸਕਦੇ ਸਿਆਸੀ ਲੀਡਰ ਕੋਈ ਨਵੀਂ ਚਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ? ਤੁਹਾਡਾ ਇਹ ਬਹੁਤ ਵੱਡਾ ਸਵਾਲ ਆ ਜਿਹੜਾ ਇਹ ਕਟਹਿਰੇ ਦੇ ਵਿੱਚ ਖੜਾ ਕਰਦਾ ਮੌਕੇ ਦੀ ਪੋਲੀਟੀਸ਼ੀਅਨ ਨੂੰ, ਸਾਡੀ ਰਾਜਨੀਤੀ ਨੂੰ। ਹੁਣ ਜੇਕਰ ਦੇਖਿਆ ਜਾਵੇ 2022 ਦਾ ਇਲੈਕਸ਼ਨ ਹੋਣ ਜਾ ਰਿਹਾ, ਇਹਨਾਂ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਵੱਡੇ ਪੱਧਰ ਦੇ ਉੱਤੇ ਮੈਂ ਕਹੂੰਗਾ ਯਾਰ ਏਡੀ ਵੱਡੀ ਮੰਦਭਾਗੀ ਘਟਨਾ ਸਾਡੇ ਹੁਣ ਤੱਕ ਪਹਿਲੀ ਵਾਰ ਮੈਂ ਦੇਖੀ ਆਪਣੀ ਲਾਈਫ ਦੇ ਵਿੱਚ। ਚਲੋ ਹਰਿਮੰਦਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਨੇ ਅਟੈਕ ਕਰਵਾਇਆ ਸੀ, ਹੁਣ ਜਿਹੜਾ ਹਰਿਮੰਦਰ ਸਾਹਿਬ ਦੇ ਅੰਦਰ ਵੜ ਕੇ ਇੱਕ ਬੰਦੇ ਦੁਆਰਾ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਗਈ। ਵੈਸੇ ਬੇਅਦਬੀ ਤਾਂ ਹੋਈ ਗਈ ਜਦੋਂ ਸਾਲ ਮਾਰ ਕੇ ਅੰਦਰ ਚਲਾ ਗਿਆ। ਤੇ ਦੂਜੇ ਨੰਬਰ ਦੇ ਉੱਤੇ ਉੱਥੇ ਪ੍ਰਬੰਧਕ ਕਮੇਟੀ ਬੈਠੀ ਆ, ਮੈਂ ਕਹੂੰਗਾ ਕਿ ਇੱਕ ਬਹੁਤ ਮੰਦਭਾਗੀ ਘਟਨਾ ਗਈ ਤੇ ਉਹਨਾਂ ਨੂੰ ਸੌਦਾ ਵੀ ਲਾਇਆ ਗਿਆ। ਤੇ ਦੂਜੇ ਨੰਬਰ ਦੇ ਉੱਤੇ ਕਪੂਰਥਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਉਹਨੂੰ ਸੌਦਾ ਲਾਇਆ ਗਿਆ, ਉਹਨੂੰ ਮੈਂ ਕਹੂੰਗਾ ਵੀ ਵਧੀਆ ਗੱਲ ਹੋਈ ਆ। ਤੀਸਰੇ ਨੰਬਰ ਤੇ ਦਿੱਲੀ ਦੇ ਵਿੱਚ ਜੋ ਕਿ ਸਿੰਘੂ ਬਾਰਡਰ ਦੇ ਉੱਤੇ ਨਿਹੰਗ ਸਿੰਘਾਂ ਦੁਆਰਾ ਸੌਦਾ ਲਾਇਆ ਗਿਆ, ਇਹ ਵੀ ਬਹੁਤ ਚੰਗੀ ਗੱਲ ਹੋਈ ਆ। ਇਹ ਜਿਹੜੇ ਸੌਦੇ ਲਾਉਣ ਦਾ ਜਿਹੜਾ ਅਸੀਂ ਸ਼ੁਰੂਆਤ ਕਰੀ ਆ, ਇਹਦਾ ਕਾਰਨ ਇੱਕੋ ਇੱਕ ਆ ਕਿ ਸਰਕਾਰ ਦੇ ਪਿੱਛੇ ਜਿਹੜੀ ਸਰਕਾਰ ਆ, ਸਰਕਾਰ ਦਾ ਜਿਹੜਾ ਐਡਮਿਨਿਸਟ੍ਰੇਟਿਵ ਪ੍ਰਬੰਧ ਆ ਉਹ ਸਾਨੂੰ ਨਿਆਂ ਨਹੀਂ ਦੇ ਰਿਹਾ। ਲੰਬੇ ਸਮੇਂ ਤੋਂ ਸਾਡੇ ਜਿਹੜੇ ਲੋਕ ਨੇ ਉਹ ਰੁਲਦੇ ਨਜ਼ਰ ਆ ਰਹੇ ਨੇ। ਲੰਬੇ ਸਮੇਂ ਤੋਂ ਅਸੀਂ ਦਹਾੜ ਲਾ ਰਹੇ ਹਾਂ, ਜਿਹੜਾ ਬਰਗਾੜੀ ਦੇ ਮੋਰਚੇ ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਉਹਦੀ ਦਹਾੜ ਲਾ ਰਹੇ ਹਾਂ। ਸਾਨੂੰ ਉਹ ਨਿਆਂ ਨਾ ਮਿਲਣ ਦੇ ਕਰਕੇ ਸਾਨੂੰ ਅੱਜ ਜਿਹੜੇ ਸੌਦੇ ਲਾਉਣੇ ਪੈ ਰਹੇ ਨੇ। ਜਿਹੜੇ ਸੌਦੇ ਲਾਉਣ ਦਾ ਮੇਨ ਕਾਰਨ ਹੈ ਕਿਉਂਕਿ ਨਾ ਆਪਾਂ ਦੇਖੀਏ ਜੀ ਕਪੂਰਥਲੇ ਵਾਲੀ ਖੇੜੀ ਸਾਹਿਬ ਵੀਡੀਓ ਸਾਹਮਣੇ ਆਈ, ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਪਹਿਲਾਂ ਭੀੜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਪਰ ਜਦੋਂ ਭੀੜ ਆਊਟ ਆਫ ਕੰਟਰੋਲ ਹੋ ਜਾਂਦੀ ਹੈਗੀ ਤਾਂ ਪੁਲਿਸ ਨੂੰ ਸਾਈਡ ਤੇ ਹੋਣਾ ਪੈਂਦਾ। ਤਾਂ ਜਿਹੜਾ ਉਸ ਤੋਂ ਬਾਅਦ ਸਿੱਖ ਸਿੰਘ ਹੁੰਦੇ ਨੇਗੇ, ਗੁਰੂ ਦੀ ਲਾਡਲੀ ਫੌਜ ਹੈ, ਉਹ ਅੰਦਰ ਜਾ ਕੇ ਉਸ ਨੂੰ ਜਿਸ ਬੰਦੇ ਨੇ ਇਲਜ਼ਾਮ ਦਿੱਤਾ ਹੁੰਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ। ਕੀ ਇਹ ਸੌਦਾ ਲਾਉਣਾ ਜਿਹੜਾ ਲੱਗਿਆ ਹੈਗਾ, ਲੋਕਾਂ ਨੂੰ ਹੁਣ ਸਰਕਾਰ ਤੇ ਯਕੀਨ ਨਹੀਂ ਰਿਹਾ, ਪੰਜਾਬ ਦੇ ਸਿਸਟਮ ਤੇ ਯਕੀਨ ਨਹੀਂ ਰਿਹਾ ਵੀ ਜਿਹੜਾ ਇੱਕ ਦੋਸ਼ੀ ਹੈ ਦੋਸ਼ੀ ਨੂੰ ਸਜ਼ਾ ਨਹੀਂ ਦੇ ਸਕਦਾ ਪੰਜਾਬ ਦਾ ਸਿਸਟਮ? ਬਹੁਤ ਵੱਡਾ ਸਵਾਲ ਹੈ ਵੀ ਪਹਿਲੀ ਗੱਲ ਤਾਂ ਇਹ ਸਾਡਾ ਕੋਈ ਯਕੀਨ ਨਹੀਂ ਰਿਹਾ ਐਡਮਿਨਿਸਟ੍ਰੇਟਿਵ ਦੇ ਵਿੱਚ, ਸਾਡਾ ਪੰਜਾਬ ਸਰਕਾਰ ਦੇ ਵਿੱਚ ਯਕੀਨ ਨਹੀਂ ਰਿਹਾ। ਕਿਉਂਕਿ ਬਰਗਾੜੀ ਮੋਰਚੇ ਦੇ ਵਿੱਚ ਜਦੋਂ ਬਰਗਾੜੀ ਮੋਰਚਾ ਲੱਗਿਆ ਹੋਇਆ ਸੀ ਉੱਥੇ ਵੱਡੇ ਪੱਧਰ ਤੇ ਕਤਲੇ ਗੈਰਤ ਹੋਇਆ, 2 ਬੰਦੇ ਸਾਡੇ ਸ਼ਹੀਦ ਹੋਏ ਗੋਲੀਆਂ ਨਾਲ। ਹਜੇ ਤੱਕ ਉਹਨਾਂ ਦਾ ਕਲੀਅਰ ਨਹੀਂ ਕੀਤਾ ਗਿਆ ਵੀ ਇਹ ਗੋਲੀ ਕਿੱਥੋਂ ਵੱਜੀ ਆ। ਗ੍ਰਹਿ ਮੰਤਰਾਲਾ ਇਹਨਾਂ ਦੇ ਕੋਲੇ ਸੁਖਬੀਰ ਬਾਦਲ ਕੋਲੇ ਸੀਗਾ, ਪ੍ਰਕਾਸ਼ ਸਿੰਘ ਬਾਦਲ ਖੁਦ ਮੁੱਖ ਮੰਤਰੀ ਸੀਗੇ। ਐਡਾ ਵੱਡਾ ਹੋਣ ਦੇ ਬਾਵਜੂਦ ਜਦੋਂ ਸਾਨੂੰ ਨਿਆਂ ਨਹੀਂ ਮਿਲਿਆ ਤਾਂ ਸੌਦੇ ਲਾਉਣ ਦੀ ਨੌਬਤ ਆਈ ਆ। ਪਰ ਮੈਂ ਇੱਥੋਂ ਇੱਕ ਅਪੀਲ ਕਰਨੀ ਚਾਹੁੰਦਾ, ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ, ਜਿਹੜੇ ਲੋਕ ਸੌਦਾ ਲਾ ਰਹੇ ਨੇ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਸੌਦਾ ਲਾਇਆ ਦਿੱਲੀ ਦੇ ਵਿੱਚ, ਉਹ ਵੀ ਜਾਇਜ਼ ਸੀ, ਪਰ ਮੈਂ ਕਹਿਣਾ ਯਾਰ ਜਿਨ੍ਹਾਂ ਨੂੰ ਤੁਸੀਂ ਸੌਦਾ ਲਾ ਰਹੇ ਹੋ ਉਹਨਾਂ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਆ, ਕਿਹੜੀ ਕਨਸਪੀਰੇਸੀ ਸਾਜ਼ਿਸ਼ ਜਿਹੜੀ ਕੰਮ ਕਰਦੀ ਆ, ਉਹਨੂੰ ਸਾਨੂੰ ਠੰਡੇ ਦਿਮਾਗ ਦੇ ਨਾਲ ਸੋਚਣਾ ਪਊਗਾ। ਉਹਨਾਂ ਬੰਦਿਆਂ ਨੂੰ ਜਿਉਂਦਾ ਰੱਖਣਾ ਪਊ। ਸਾਡੇ ਯਾਰ ਅਕਾਲ ਤਖਤ ਬਣਿਆ ਹੋਇਆ, ਸ੍ਰੀ ਹਰਗੋਬਿੰਦ ਜੀ ਨੇ ਅਕਾਲ ਤਖਤ ਦੇ ਉੱਤੇ ਵੱਡਾ ਨਾਂ ਦਿੱਤਾ। ਹਰਗੋਬਿੰਦ ਜੀ ਨੇ ਉੱਥੇ ਮੀਰੀ ਪੀਰੀ ਜੇ 2 ਤਲਵਾਰਾਂ ਧਾਰਨ ਕੀਤੀਆਂ, ਇੱਕ ਧਰਮ ਦੀ ਤਲਵਾਰ, ਇੱਕ ਰਾਜਨੀਤੀ ਤਲਵਾਰ, ਜਿਹੜਾ ਸੋਹ ਕਰਨਾ ਹੈਗਾ, ਫੈਸਲੇ ਕਰਨੇ ਨੇ। ਹੁਣ ਉੱਥੇ ਹਰਿਮੰਦਰ ਸਾਹਿਬ ਸਾਡਾ ਤਖਤ ਸਾਹਿਬ ਬਣਿਆ ਹੋਇਆ, ਅਕਾਲ ਤਖਤ ਸਾਹਿਬ, ਉੱਥੇ ਕਿਉਂ ਨਹੀਂ ਫੈਸਲਾ ਕਰਦੀਆਂ? ਜਿਹੜੇ ਹੁਣ ਉਹ ਬੰਦੇ ਸੀਗੇ ਉੱਥੇ ਜਿਨ੍ਹਾਂ ਨੂੰ ਕਤਲੇ ਗੈਰਤ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ, ਸਾਡਾ ਮੁੱਦਾ ਹੀ ਖਤਮ ਹੋ ਗਿਆ। ਇੱਥੇ ਹਰਿਮੰਦਰ ਸਾਹਿਬ ਦੇ ਵਿੱਚ ਮਾਰ ਦਿੱਤਾ ਗਿਆ, ਮੁੱਦਾ ਹੀ ਖਤਮ ਹੋ ਗਿਆ। ਇੱਥੇ ਕਪੂਰਥਲੇ ਦੇ ਵਿੱਚ ਬੰਦੇ ਨੂੰ ਮਾਰ ਦਿੱਤਾ ਗਿਆ, ਮੁੱਦਾ ਹੀ ਖਤਮ ਹੋ ਗਿਆ। ਇਹਨਾਂ ਨੂੰ ਕਿਉਂ ਨਹੀਂ ਉੱਥੇ ਜਾ ਕੇ 3rd ਡਿਗਰੀ ਟੌਰਚਰ ਕਰਕੇ ਇਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਂਦੀ? ਬੰਦੇ ਜਿਹੜੇ ਆਉਂਦੇ ਨੇ ਐਡਾ ਵੱਡਾ ਨੁਕਸਾਨ ਕਰਨ, ਉਹਦਾ ਬੰਦਾ ਨਸ਼ੇ ਦੀ ਤਾਕਤ ਦੇ ਵਿੱਚ ਆਉਂਦਾ, ਨਸ਼ੇ ਦੀ ਪੂਰੀ ਤਾਕਤ ਦੇ ਵਿੱਚ ਆ ਕੇ ਉਹ ਬੰਦੇ ਐਡਾ ਵੱਡਾ ਫੈਸਲਾ ਲੈਂਦੇ ਨੇ। ਉਹਨਾਂ ਕਰੋੜਾਂ ਰੁਪਈਆ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਂਦਾ। ਕਿਤੇ ਨਾ ਕਿਤੇ ਵੱਡੀਆਂ ਏਜੰਸੀਆਂ ਕੰਮ ਕਰਦੀਆਂ ਨੇ। ਮੈਂ ਇੱਥੋਂ ਕਹਿਣਾ ਚਾਹੁੰਦਾ ਵੀ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ, ਜਿਹੜੇ ਸਿੱਖ ਪੰਥ ਦੇ ਜਿਹੜੇ ਪਹਿਰੇਦਾਰ ਨੇ, ਉਹਨਾਂ ਨੂੰ ਵੱਡੇ ਪੱਧਰ ਤੇ ਮਾਰਨ ਤੋਂ ਪਹਿਲਾਂ, ਇਹਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਤੋਂ ਪਹਿਲਾਂ, ਇਹਨਾਂ ਨੂੰ ਆਪਣੇ ਕਾਨੂੰਨ ਨੂੰ ਹੱਥ ਲੈਣ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਆਪਣੇ ਅਕਾਲ ਤਖਤ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਬਣਿਆ ਹੋਇਆ ਉੱਥੇ ਜਾ ਕੇ ਇਹਨਾਂ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਆ ਭਈ ਤੁਹਾਨੂੰ ਕਿਹੜੀਆਂ ਏਜੰਸੀਆਂ ਤੁਹਾਡੇ ਪਿੱਛੇ ਕੰਮ ਕਰਦੀਆਂ ਨੇਗੀਆਂ। ਪਰ ਜੇਕਰ ਦੇਖਿਆ ਜਾਵੇ ਤਾਂ ਪਹਿਲਾਂ ਵੀ ਬੇਅਦਬੀ ਦੇ ਕਾਂਡ ਕਾਫੀ ਹੋਏ ਨੇਗੇ, ਕਾਫੀ ਲੰਮੇ ਸਮੇਂ ਤੋਂ ਜਿਹੜੇ ਬੇਅਦਬੀ ਕਾਂਡ ਰੈਗੂਲਰ ਚੱਲਦੇ ਆ ਰਹੇ ਨੇ, ਪਰ ਇੱਕ ਵੀ ਸਿੱਟਾ ਨਹੀਂ ਨਿਕਲਿਆ ਹੈਗਾ। ਉਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ, ਪ੍ਰਸ਼ਾਸਨ ਬਿਆਨ ਜ਼ਰੂਰ ਦੇ ਦਿੰਦਾ ਹੈ ਵੀ ਇਹਨਾਂ ਦੇ ਜਿਹੜੇ ਬੇਅਦਬੀ ਕਾਂਡ ਦੇ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਫਾਂਸੀ ਦਿੱਤੀ ਜਾਊਗੀ, ਫੜਿਆ ਜਾਊਗਾ, ਪਰ ਹਜੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਇਸ 'ਤੇ ਕਾਨੂੰਨੀ ਕਾਰਵਾਈ ਨਹੀਂ ਹੋਈ ਹੈਗੀ। ਤੁਹਾਨੂੰ ਕੀ ਲੱਗਦਾ ਜਿਹੜਾ ਪ੍ਰਸ਼ਾਸਨ ਹੈ ਇੱਕ ਤਾਂ ਖੁਦ ਤਾਂ ਨਹੀਂ ਕਰਵਾ ਰਿਹਾ, ਕੋਈ ਲੋਕਾਂ ਦੇ ਵਾਰ-ਵਾਰ ਇੱਕ ਹੀ ਸਵਾਲ ਮਾਈਂਡ ਦੇ ਵਿੱਚ ਆ ਰਿਹਾ ਹੈਗਾ, ਜਿਹੜੇ ਹੁਣ ਵੀ ਸਰਕਾਰਾਂ ਨੇ, ਸਰਕਾਰਾਂ ਬੇਅਦਬੀ ਕਰਵਾ ਰਹੀਆਂ ਨੇ ਤੇ ਇਸ ਬੇਅਦਬੀ ਦੇ ਉੱਤੇ ਸਿਆਸਤ ਖੇਡ ਕੇ ਵੋਟਾਂ ਵਟੋਰਨਗੀਆਂ। ਕੀ ਇਹ ਸਹੀ ਗੱਲ ਹੈ? ਇਹ ਬਿਲਕੁਲ ਟਰੁਥਫੁਲ ਆ ਜੀ। ਪ੍ਰਕਾਸ਼ ਸਿੰਘ ਬਾਦਲ ਲੰਬੇ ਸਮੇਂ ਦੇ ਉੱਤੋਂ ਇਹਨਾਂ ਦੀ ਫੈਮਿਲੀ ਆ ਜਿਹੜੀ ਹਰਿਮੰਦਰ ਸਾਹਿਬ ਦੇ ਉੱਤੇ ਕਾਬਜ ਆ।
ਇਹਨਾਂ ਦੀ ਰਹਿਨਮਾਈ ਦੇ ਇਹਨਾਂ ਦੀ ਸੋਵਰੀਅਨ ਪਾਵਰ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਦੇ ਵਿੱਚ ਜਿਹੜੀ ਇੱਕ ਅੰਗ ਪਾੜੇ ਗਏ, ਉਹਨਾਂ ਦੇ ਅੰਗ ਰੂੜੀ ਤੇ ਸਿੱਟੇ ਗਏ, ਇੱਕ ਵੱਡੀ ਘਟਨਾ ਵਾਪਰੀ। ਉਹਨਾਂ ਦੀ ਸਰਕਾਰ ਰਹਿੰਦੇ ਹੋਏ ਲੰਬਾ ਸਮਾਂ ਸਰਕਾਰ ਤੋਂ 14 ਤੋਂ ਲੈ ਕੇ 17 ਦੇ ਵਿੱਚ ਸਰਕਾਰ ਚੁਣੀਆਂ ਨੇ 3 ਸਾਲ ਤੱਕ ਅਕਾਲੀ ਦਲ ਦੇ ਕੋਲੇ ਸੀ। ਉਹਨਾਂ ਬੰਦਿਆਂ ਨੇ ਕਿਉਂ ਨਹੀਂ ਛਾਣਬੀਨ ਕਰਾਈ? ਅੱਜ ਇੱਕ ਸ਼ੱਕ ਦੀ ਨਜ਼ਰ ਆ ਜਿਹੜੀ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਵੱਲ ਜਾਂਦੀ ਆ। ਕੈਪਟਨ ਅਮਰਿੰਦਰ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ। ਉਹਨੇ ਕਿਹਾ ਵੀ ਅਸੀਂ ਜਿਹੜੇ ਬਰਗਾੜੀ ਦੇ ਵਿੱਚ ਜਿਹੜਾ ਮਤਲਬ ਕਿ ਕਾਂਡ ਹੋਇਆ, ਹਰਮੰਦਰ ਸਾਹਿਬ ਦੇ ਜਿਹੜੇ ਆਪਣੇ ਜਿਹੜੇ ਅੰਗ ਖਿਲਾਰੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਵੱਡੇ ਪੱਧਰ ਦੇ ਉੱਤੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ। ਕੀ ਕੈਪਟਨ ਅਮਰਿੰਦਰ ਸਜ਼ਾਵਾਂ ਦਿਵਾ ਸਕਿਆ? ਵੱਡਾ ਸਵਾਲ ਖੜਾ ਹੁੰਦਾ। ਦੂਜੇ ਨੰਬਰ ਦੇ ਉੱਤੇ ਗ੍ਰਹਿ ਮੰਤਰਾਲੇ ਦੇ ਵਿੱਚ ਪੰਜਾਬ ਦੇ ਵਿੱਚ ਕੌਣ ਸੀਗਾ? ਸੁਖਬੀਰ ਬਾਦਲ ਸੀਗਾ, ਪ੍ਰਕਾਸ਼ ਸਿੰਘ ਬਾਦਲ ਹੈੱਡ ਸੀਗਾ। ਕੀ ਇਹਨਾਂ ਬੰਦਿਆਂ ਨੇ ਤਹਿਕੀਕਤ ਕੀਤੀ ਆ? ਇਹਨਾਂ ਨੇ ਕੋਈ ਨਹੀਂ ਕੀਤਾ। ਇਹਨਾਂ ਲੋਕਾਂ ਦੇ ਉੱਤੇ ਸਾਨੂੰ ਪੂਰਨ ਤੌਰ ਤੇ ਸਾਡੀ ਸ਼ੱਕ ਦੀ ਨਿਸ਼ਾਨਾ ਵੱਲ ਜਾਂਦੀ ਆ ਵੀ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਇਹ ਲੋਕ ਸਮੇਂ-ਸਮੇਂ ਤੇ ਆ ਕੇ ਧਰਮ ਦੇ ਨਾਲ ਵੀ ਖਿਲਵਾੜ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਗਿਆ। ਪਰ ਇੱਥੋਂ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹਣਾ ਵੀ ਲੰਬੇ ਸਮੇਂ ਤੋਂ ਅਕਾਲੀ ਦਲ, ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਕਹਿੰਦੇ ਆ, ਵੈਸੇ ਉਹ ਅਕਾਲੀ ਦਲ ਆ, ਅਕਾਲੀ ਨਹੀਂ ਹੈਗਾ। ਅਕਾਲੀ ਦਾ ਬਹੁਤ ਵੱਡਾ ਸ਼ਬਦ ਆ। 100 ਸਾਲ ਅਸੀਂ ਲੰਬਾ ਸਮਾਂ ਸੰਘਰਸ਼ ਲੜਿਆ, ਚਾਬੀਆਂ ਵਾਲਾ ਕੂੰਜੀਆਂ ਵਾਲਾ ਮੋਰਚਾ ਲੜਿਆ ਸੀ। ਕਿੰਨਾ ਤੋਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਮਸੰਦ ਗੁਰਦੁਆਰਿਆਂ ਦੇ ਵਿੱਚ ਬੜੇ ਪੁੱਠੇ ਕੰਮ ਕਰਦੇ ਸੀ, ਕੰਜਰੀਆਂ ਨਚਾਉਂਦੇ ਸੀ, ਬਹੁਤ ਜ਼ਿਆਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਸੀ। ਚਾਬੀਆਂ ਵਾਲਾ ਮੋਰਚਾ ਲਾ ਕੇ ਉਹਨਾਂ ਮਸੰਦਾਂ ਨੂੰ ਬਾਹਰ ਕੱਢਿਆ ਗਿਆ। ਅੱਜ ਮੈਂ ਇੱਥੋਂ ਕਹਿਣਾ ਚਾਹੁੰਦਾ ਦਾਅਵੇ ਨਾਲ ਵੀ ਜਿਹੜੇ ਮਸੰਦ ਬੈਠੇ ਨੇ ਪ੍ਰਕਾਸ਼ ਸਿੰਘ ਬਾਦਲ ਵਰਗੇ, ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਇੱਕ ਕਮੇਟੀ ਬਣੀ ਹੋਈ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਅੰਡਰ ਜਿਹੜੀਆਂ ਇਹ ਕਿਤੇ ਜਗੀਰੋਂ ਨੂੰ ਲਾ ਦਿੰਦੇ ਨੇ ਪ੍ਰਧਾਨ, ਕਿਤੇ ਕਿਸੇ ਨੂੰ ਲਾ ਦਿੰਦੇ ਨੇ ਪ੍ਰਧਾਨ। ਇਹਨਾਂ ਲੋਕਾਂ ਨੂੰ ਸਾਨੂੰ ਡੱਕਰਨਾ ਪਊਗਾ। ਇਹਨਾਂ ਮਸੰਦਾਂ ਤੋਂ ਸਾਨੂੰ ਗੁਰਦੁਆਰੇ ਦੇ ਵਿੱਚ ਜਿਹੜੀ ਪ੍ਰਬੰਧਕੀ ਕਮੇਟੀ ਆ ਹਰਮੰਦਰ ਸਾਹਿਬ ਦੇ ਉੱਤੇ ਕਬਜ਼ਾ ਕਰੀ ਬੈਠੀ ਆ, ਉਹਦੇ ਉੱਤੇ ਸਾਨੂੰ ਨਿਆਕਤ ਦਿਵਾਉਣੀ ਪਊਗੀ। ਜੇਕਰ ਅਸੀਂ ਇਹਨਾਂ ਮਸੰਦਾਂ ਨੂੰ ਨਹੀਂ ਡੱਕਰਦੇ, ਇਹਨਾਂ ਦੇ ਲਈ ਅਸੀਂ ਮੋਰਚੇ ਨਹੀਂ ਲਾਉਂਦੇ, ਤਾਂ ਮੈਂ 100% ਕਹਿਣਾਗਾ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉਹ ਇੱਦਾਂ ਹੀ ਹੁੰਦੀ ਰਹੂਗੀ। ਤੇ ਇੱਥੋਂ ਮੈਂ ਵੀ ਗੱਲ ਕਹਿਣੀ ਚਾਹੁੰਦਾ, 12 ਸਾਲ ਹੋ ਗਏ, 12 ਸਾਲ ਹੋ ਗਏ, 13 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੇ ਚੁਣੀ ਹੋਈ ਆ, ਮੁੜ ਕੇ ਇਲੈਕਸ਼ਨ ਨਹੀਂ ਹੋਈ। ਕਿਉਂ? ਵੀ ਰਾਜ ਇਹਨਾਂ ਦੀ ਹੋਣਾ ਚਾਹੀਦਾ ਕਿ ਹੋਰ ਕੋਈ ਇੱਥੇ ਪਾਰਟੀਆਂ ਨਹੀਂ ਕੰਮ ਕਰਦੀਆਂ, ਹੋਰ ਲੋਕ ਨਹੀਂ ਕੰਮ ਕਰਦੇ। ਇਲੈਕਸ਼ਨ ਹੋਣੇ ਚਾਹੀਦੇ ਨੇ, ਇਲੈਕਸ਼ਨ ਹੋ ਕੇ ਉਹ ਪ੍ਰਬੰਧਕ ਕਮੇਟੀ ਤੋਂ ਇਹਨਾਂ ਦਾ ਕਬਜ਼ਾ ਛਡਾਇਆ ਜਾਣਾ ਚਾਹੀਦਾ। ਜੀ। ਜਿਵੇਂ ਕਿ ਹੁਣ ਬੇਅਦਬੀ ਕਾਂਡ ਹੋ ਰਹੇ ਨੇ, ਪਹਿਲਾਂ ਵੀ ਹੋਏ ਸੀ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਨਾ, ਪਰ ਸਰਕਾਰਾਂ ਕੁਛ ਇਹਦੇ ਕੋਈ ਕਾਨੂੰਨੀ ਕਾਰਵਾਈ ਕਰਦੀਆਂ ਨਜ਼ਰ ਨਹੀਂ ਆ ਰਹੀ। ਕੀ ਜਿਹੜੀ ਸਿਆਸਤ ਹੈ ਵਾਕਈ ਇੰਨੀ ਗੰਦੀ ਹੁੰਦੀ ਹੈ ਕਿ ਜਿਹੜੇ ਲੀਡਰ ਨੇਗੇ, ਲੀਡਰਾਂ ਨੂੰ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵੀ ਖੌਫ ਨਹੀਂ ਰਿਹਾ, ਜਾਂ ਫਿਰ ਕਹਿ ਸਕਦੇ ਗੁਰਬਾਣੀ ਦਾ ਵੀ ਖੌਫ ਨਹੀਂ ਰਿਹਾ ਵੀ ਇਹ ਜਿਹੜੀ ਇਹੋ ਜਿਹੇ ਜਿਹੜੇ ਘਟਨਾਵਾਂ ਹੋ ਰਹੀਆਂ ਨੇ ਉਹਨੂੰ ਸ਼ਰੇਆਮ ਇਲਜ਼ਾਮ ਦੇ ਰਹੇ ਨੇ ਕਿ ਉਹਨਾਂ ਨੂੰ ਕੀ ਰਾਜਨੀਤੀ ਵਾਕਈ ਇੰਨੀ ਗੰਦੀ ਹੁੰਦੀ ਹੈਗੀ? ਦੇਖੋ, ਰਾਜਨੀਤੀ ਬਿਲਕੁਲ, ਮੈਂ ਕਹਿੰਦਾ ਰਾਜਨੀਤੀ ਨੂੰ ਮੈਂ ਪਿਆਰ ਕਰਦੇ ਹਾਂ। ਰਾਜਨੀਤੀ ਦੇ ਵਿੱਚ ਚੰਗੇ ਲੋਕ ਹੋਣੇ ਚਾਹੀਦੇ ਨੇ। ਰਾਜਨੀਤੀ ਇੱਕ ਸੇਵਾ ਭਾਵਨਾ ਕੀ, ਰਾਜਨੀਤੀ ਗੰਦੀ ਨਹੀਂ ਹੁੰਦੀ। ਇਹਨਾਂ ਲੋਕਾਂ ਨੇ, ਚੰਦ ਲੋਕਾਂ ਨੇ 74 ਸਾਲਾਂ ਦੇ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਚਾਹੇ ਉਹ ਕਾਂਗਰਸੀ ਨੇ, ਚਾਹੇ ਬੀਜੇਪੀ ਵਾਲੇ ਨੇ, ਚਾਹੇ ਜਿਹੜੀਆਂ ਖੇਤਰੀ ਪਾਰਟੀਆਂ ਦੇ ਵਿੱਚ ਬੈਠੇ ਰਜਵਾੜਾ ਸਾਹੀ ਲੋਕ, ਚਾਹੇ ਇਹ ਨੇ, ਇਹਨਾਂ ਲੋਕਾਂ ਨੇ ਇੱਕ ਰਾਜਨੀਤੀ ਉੱਤੇ ਧੱਬਾ ਬਣਾਤਾ, ਇਹਨੂੰ ਗੰਦਾ ਕਰਤਾ। ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਵੀ ਜਿਹੜਾ ਰਾਜਨੀਤੀ ਦੇ ਉੱਤੇ ਦਾਗ ਲਾਇਆ ਗਿਆ, ਜੱਜ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾ ਕੇ ਆਪਣੀ ਸੋਵਰੀਅਨ ਪਾਵਰ ਗਿੱਟ ਕਰਨਾ ਚਾਹੁੰਦੇ ਨੇ, ਤਾਂ ਇੱਥੇ ਬਹੁਤ ਵੱਡੀ ਨਲਾਇਕੀ ਵਰਤ ਰਹੇ ਨੇ। ਮੈਂ ਇੱਥੇ ਇੱਕ ਸੁਝਾਅ ਵੀ ਦੇਣਾ ਚਾਹਣਾ। ਇੱਕ ਵੱਡਾ ਸੁਝਾਅ ਮੈਂ ਜਿਹੜੀ ਪ੍ਰਬੰਧਕ ਕਮੇਟੀ ਬਣੀ ਹੋਈ ਆ ਗੁਰਦੁਆਰੇ ਸਾਹਿਬ ਦੇ ਵਿੱਚ, ਹਰਮੰਦਰ ਸਾਹਿਬ ਦੇ ਵਿੱਚ, ਜਿਹੜੀ ਪੂਰੇ ਸਿਸਟਮ ਨੂੰ ਚਲਾ ਰਹੀ ਆ, ਜਿਹਦੇ ਅੰਡਰ ਕਾਫੀ ਗੁਰਦੁਆਰੇ ਆਉਂਦੇ ਨੇ, ਵੀ ਯਾਰ ਜਿਹੜੀਆਂ ਘਟਨਾਵਾਂ ਨੂੰ ਨਿਆਕਤ ਦਿੱਤੀ ਜਾ ਰਹੀ ਆ, ਕਿਤੇ ਨਾ ਕਿਤੇ ਸਾਡੀ ਨਲਾਇਕੀ ਆ। ਕਿਉਂ ਨਹੀਂ ਇਹ ਕਾਨੂੰਨ ਬਣਾਉਂਦੇ? ਕਿਉਂ ਨਹੀਂ ਉੱਥੇ ਅਕਾਲ ਤਖਤ ਦੇ ਬਹਿ ਕੇ ਕਾਨੂੰਨ ਬਣਾਉਂਦੇ ਵੀ ਜਿਹੜੇ ਗੁਟਕਾ ਸਾਹਿਬ ਨੇ ਜਾਂ ਸਾਡੇ ਜਿਹੜੇ ਸੁਖਮਣੀ ਸਾਹਿਬ ਦੇ ਜਿਹੜੇ ਪਾਰਟ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪਾਰਟ ਨੇ, ਉਹ ਇਕੱਲੀ ਜਿਹੜੀ ਮਰਜ਼ੀ ਦੁਕਾਨ ਤੋਂ ਖਰੀਦ ਲਓ। ਜਿਹੜੀਆਂ ਦੁਕਾਨਾਂ ਬਣੀਆਂ ਹੋਈਆਂ ਨੇ ਉੱਥੋਂ ਜਿੱਥੋਂ ਵੀ ਖਰੀਦ ਸਕਦੇ ਹਾਂ ਅਸੀਂ, ਉੱਥੋਂ ਖਰੀਦ ਕੇ ਹਰ ਇੱਕ ਬੰਦਾ ਜਦੋਂ ਮਰਜ਼ੀ ਗੁਟਕਾ ਸਾਹਿਬ ਲੈ ਕੇ ਉਹਦੇ ਅੰਗ ਖਿਲਾਰ ਸਕਦਾ, ਜਿੱਥੇ ਵੀ ਖਿਲਾਰ ਸਕਦਾ ਗਾ। ਕਹਿਣ ਦਾ ਮਤਲਬ ਕੀ ਆ ਵੀ ਕਿਤੇ ਨਾ ਕਿਤੇ ਵੱਡੀਆਂ ਨਲਾਇਕੀਆਂ ਨੇ ਜਿਹੜੀਆਂ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਰਹੀਆਂ ਨੇ, ਉਹਨਾਂ ਨੇ ਹਜੇ ਤੱਕ ਕਾਨੂੰਨ ਹੀ ਨਹੀਂ ਬਣਾਇਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਆ ਜਾਂ ਗੁਰੂ ਗ੍ਰੰਥ ਸਾਹਿਬ ਦੇ ਪਾਰਟ ਨੇ, ਚਾਹੇ ਉਹ ਜਪਜੀ ਸਾਹਿਬ ਹੋਵੇ, ਸੁਖਮਨੀ ਸਾਹਿਬ ਹੋਵੇ, ਚਾਹੇ ਉਹਦੇ ਜਿੰਨੇ ਵੀ ਸਾਡੇ ਪਾਰਟ ਨੇ, ਉਹਨਾਂ ਪਾਰਟ ਜਿਹਨੂੰ ਦੇਣ ਦੇ ਲਈ ਉਹਨਾਂ ਦੇ ਉੱਤੇ ਇੱਕ ਸਰਟੀਫਿਕੇਟ ਜਾਰੀ ਹੋਵੇ, ਉਹਨਾਂ ਦੇ ਉੱਤੇ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਸਟੈਂਪ ਜਾਰੀ ਹੋਵੇ, ਇੱਕ ਕੋਡਿੰਗ ਨੰਬਰ ਲੱਗੇ ਵੀ ਹਾਂ ਗੁਟਕਾ ਸਾਹਿਬ ਕਿਹੜੇ ਬੰਦੇ ਕੋਲੇ ਗਿਆ, ਰਜਿਸਟ੍ਰੇਸ਼ਨ ਹੋਵੇ ਪੂਰੇ ਵੱਡੇ ਪੱਧਰ ਤੇ। ਉਹਦੀ ਜਿਹੜੀ ਨਲਾਇਕੀ ਦੇ ਕਰਕੇ ਅੱਜ ਵੱਡੇ ਪੱਧਰ ਜਿਹੜੀਆਂ ਘਟਨਾਵਾਂ ਨੇ, ਕਿਤੇ ਕਿੱਥੇ ਜਾ ਕੇ ਸੁਖਮਨੀ ਸਾਹਿਬ ਦੇ ਅੰਗ ਖਿਲਾਰ ਦਿੱਤੇ ਜਾਂਦੇ ਨੇ, ਕਿਤੇ ਜਪਜੀ ਸਾਹਿਬ ਦੇ ਅੰਗ ਖਿਲਾਰ ਦਿੱਤੇ ਨੇ, ਕਿਤੇ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਆ। ਇੱਕ ਬਹੁਤ ਵੱਡਾ ਤੁਸੀਂ ਸਵਾਲ ਕੀਤਾ ਗਾ, ਇਹਦੇ ਵਿੱਚ ਕਿਤੇ ਨਾ ਕਿਤੇ ਵੱਡਾ ਜਿਹੜਾ ਚਿੰਨ੍ਹ ਜਾਂਦੀ ਆ, ਉਹ ਪੋਲੀਟੀਕਲ ਜਿਹੜੇ ਲੋਕ ਨੇ ਉਹ ਕਰਵਾ ਰਹੇ ਨੇ। ਬਿਲਕੁਲ। ਪਰ ਇਹਦੇ ਨਾਲ ਖੇੜੀ ਸਾਹਿਬ ਕੀ ਮਿਲਦਾ ਕੀ ਹੋਊਗਾ ਇਹ ਚੀਜ਼ ਕਰਕੇ? ਕਿਉਂਕਿ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਜੇ ਪੰਨੇ ਪਾੜੇ ਜਾਂਦੇ ਨੇ ਕਿ ਕਿਸੇ ਦਾ ਨਾਮ ਵੀ ਨਹੀਂ ਆਉਂਦਾ ਮੂਹਰੇ ਹੈਗੇ,
ਪਰ ਲੀਡਰ ਨੇਗੇ ਬਿਆਨ ਦੇਣ ਲੱਗ ਜਾਂਦੇ ਨੇਗੇ। ਇਹਦਾ ਪ੍ਰੋਫਿਟ ਕੀ ਹੁੰਦਾ ਇਹ ਚੀਜ਼ਾਂ ਨਾਲ? ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਜ਼ਰੂਰ ਪਹੁੰਚਦੀ ਹੈਗੀ, ਲੋਕਾਂ ਦੇ ਮਨਾਂ ਨੂੰ ਠੇਸ ਜ਼ਰੂਰ ਪਹੁੰਚਦੀ ਆ ਵੀ ਸਾਡੇ ਯਾਰ ਗੁਰੂ ਦੇ ਨਾਲ ਜਿਹਨੂੰ ਇਸ ਸਮੇਂ 11ਵਾਂ ਗੁਰੂ ਮੰਨਿਆ ਜਾਂਦਾ ਹੈਗਾ, ਉਹ ਸਾਡੇ ਗੁਰੂ ਦੇ ਨਾਲ ਏਡੀ ਵੱਡੇ ਖਿਲਵਾੜ ਹੁੰਦਾ ਹੈਗਾ, ਧਾਰਮਿਕ ਭਾਵਨਾ ਨੂੰ ਠੇਸ ਪਹੁੰਚਦੀ। ਪਰ ਇਹ ਚੀਜ਼ ਲੀਡਰਾਂ ਦੇ ਕਿਉਂ ਨਹੀਂ ਸਮਝ ਆ ਰਹੀ, ਜਾਂ ਫਿਰ ਜਿਹੜੇ ਲੋਕ ਇਸ ਘਟਨਾਵਾਂ ਨੂੰ ਇਲਜ਼ਾਮ ਦੇ ਰਹੇ ਨੇ ਉਹਨਾਂ ਦੇ ਕਿਉਂ ਨਹੀਂ ਸਮਝ ਆ ਰਹੀ? ਕੀ ਮਿਲਦਾ ਕੀ ਹੈ ਕਿ ਇਹ ਘਟਨਾ ਕਰਕੇ? ਇੱਕ ਵੱਡਾ ਇਹ ਸਵਾਲ ਤੁਸੀਂ ਖੜਾ ਕਰਿਆ ਵੀ ਮਿਲਦਾ ਕੀ ਆ। ਰਾਜਨੀਤਿਕ ਲੋਕ ਨੇ ਜਿਹੜੇ ਇਹ 4.5 ਸਾਲਾਂ ਦੇ ਵਿੱਚ ਆਪਦੀ ਬਹੁਤ ਵੱਡੀ ਨਲਾਇਕੀ ਵਰਤਦੇ ਨੇ। ਇਹ ਲੋਕਾਂ ਨੂੰ ਜਿਹੜੇ ਮੁੱਦਿਆਂ ਦੇ ਉੱਤੇ ਇਹ ਗੱਲ ਕਰਦੇ ਹੁੰਦੇ ਨੇ, ਇਸ਼ੂਜ਼ ਦੇ ਉੱਤੇ, ਉਹ ਮੁੱਦਿਆਂ ਦੇ ਉੱਤੇ ਖਰੇ ਨਹੀਂ ਉਤਰਦੇ। ਜਦੋਂ ਇਹ ਲੋਕ ਖਰੇ ਨਹੀਂ ਉਤਰਦੇ, ਲੋਕਾਂ ਨਾਲ ਵੱਡੇ ਵੱਡੇ ਪ੍ਰੋਮਿਸਿਸ ਕਰ ਲੈਂਦੇ ਨੇ, ਅਸੀਂ ਤੁਹਾਨੂੰ ਜੇ ਦੇਵਾਂਗੇ, ਤੁਹਾਨੂੰ ਅਸੀਂ ਹੈਲਥ ਚੰਗੀ ਦੇਵਾਂਗੇ, ਐਜੂਕੇਸ਼ਨ ਚੰਗੀ ਦੇਵਾਂਗੇ, ਤੁਹਾਡੇ ਅਸੀਂ ਕਰਜ਼ੇ ਮਾਫ ਕਰਾਂਗੇ, ਇੱਦਾਂ ਦੇ ਜੁਮਲੇ ਮਾਰ ਕੇ ਲੋਕ ਚੋਣ ਮੈਨੀਫੈਸਟੋ ਜਾਰੀ ਕਰਕੇ ਲੋਕਾਂ ਦੇ ਬ੍ਰੇਨ ਨੂੰ ਬੌਸ ਕਰਕੇ ਇਹ ਲੋਕ ਸੋਵਰੀਅਨ ਪਾਵਰ ਦੇ ਵਿੱਚ ਆ ਜਾਂਦੇ ਨੇ। ਇੱਕ ਬਹੁਤ ਵੱਡੀ ਡੈਮੋਕ੍ਰੇਸੀ ਆ ਭਾਰਤ ਦੇ ਵਿੱਚ। ਮੈਂ ਕਹਿੰਦਾ ਵੀ 74 ਸਾਲਾਂ ਤੋਂ ਅਸੀਂ ਨਲਾਇਕ ਬੰਦਿਆਂ ਨੂੰ ਚੁਣਦੇ ਆ ਰਹੇ ਹਾਂ, ਪਰ ਲੋਕ ਨੇ ਜਿਹੜੇ ਵਿਚਾਰੇ ਇਹਨਾਂ ਦੇ ਜਿਹੜੇ ਪਰਨ ਇੰਨੇ ਕੁਤਰ ਦਿੱਤੇ ਗਏ ਨੇ, ਇਹ ਇੰਨੀ ਕਿ ਜ਼ਿਆਦਾ ਬਿਲੋ ਪੋਵਰਟੀ ਕਲਾਸ ਨੂੰ ਬਿਲੋਂਗ ਕਰਦੇ ਨੇ ਕਿ ਛੋਟੇ ਛੋਟੇ ਟੁਕੜਿਆਂ ਦੇ ਉੱਤੇ, ਛੋਟੇ ਛੋਟੇ ਮਤਲਬ ਕਿ ਲਾਲਚਾਂ ਦੇ ਉੱਤੇ ਲੋਕ ਜਿਹੜੇ ਖੜ ਜਾਂਦੇ ਨੇ। ਪਰ ਜਦੋਂ ਪ੍ਰੋਮਿਸ ਨਹੀਂ ਦੇ ਸਕਦੇ ਤਾਂ ਲੋਕਾਂ ਦਾ ਜਿਹੜਾ ਧਿਆਨ ਭੜਕਾਉਣ ਦੇ ਲਈ, ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕਰਨ ਦੇ ਲਈ, ਕਿਉਂਕਿ ਧਾਰਮਿਕ ਉਹ ਚੀਜ਼ ਆ, ਧਾਰਮਿਕ ਉਹ ਵੱਡਾ ਇੱਕ ਮਸੰਦਾ ਹੈਗਾ, ਜਿਹੜਾ ਇੱਕ ਮਸੌਦਾ ਹੈਗਾ, ਇੱਕ ਮੈਂ ਕਹੂੰਗਾ ਮਸੌਦਾ ਹੈਗਾ ਕਿ ਜਿਹਦੇ ਕਰਕੇ ਲੋਕ ਲੜਨਗੇ ਵੀ, ਮਰਨਗੇ ਵੀ, ਪਰ ਜਿਉਣਗੇ ਨਹੀਂ। ਧਰਮ ਦੇ ਲਈ ਹਮੇਸ਼ਾ ਹੀ ਆ, ਬੰਦੇ ਧਰਮ ਲਈ ਲੜਨਗੇ, ਮਰਨਗੇ, ਪਰ ਜਿਉਣਗੇ ਨਹੀਂ। ਉਹਦੇ ਕਰਕੇ ਲੋਕ ਨੇ ਇੱਕ ਬਹੁਤ ਵੱਡੇ ਇਸ਼ੂ ਨੂੰ ਟੱਚ ਕਰਦੇ ਨੇ, ਜਿਹੜੇ ਪੋਲੀਟੀਕਲ ਲੋਕ ਨੇ ਉਹ ਚੀਜ਼ ਉੱਤੇ ਹੱਥ ਪਾਉਂਦੇ ਨੇ ਵੀ ਇੱਥੇ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਊਗੀ ਤੇ ਸਾਡੇ ਮੁੱਦਿਆਂ ਤੋਂ ਧਿਆਨ ਭਟਕ ਜਾਊਗਾ ਤੇ ਲੋਕ ਨੇ ਜਿਹੜੇ ਉਧਰਲੇ ਪਾਸੇ ਨੂੰ ਚਲੇ ਜਾਣਗੇ ਤੇ ਸਾਡੇ ਕੋਲੋਂ ਜਿਹੜੀ ਅਸੀਂ ਪ੍ਰੋਮਿਸਸ ਕਰਦੇ ਆ ਉਹਨਾਂ ਦਾ ਕੋਈ ਸਵਾਲ ਖੜਾ ਨਹੀਂ ਕਰਨਗੇ, ਮੰਗ ਨਹੀਂ ਕਰਨਗੇ। ਅਸੀਂ ਈਜ਼ੀਲੀ ਤੌਰ ਤੇ ਨਾਰਮਲ ਤਰੀਕੇ ਨਾਲ ਪਿੰਡਾਂ ਦੇ ਵਿੱਚ ਚਲੇ ਜਾਵਾਂਗੇ ਔਰ ਸਾਨੂੰ ਵੋਟਾਂ ਪੈ ਜਾਣਗੇ, ਅਸੀਂ ਸੋਵਰੀਅਨ ਪਾਵਰ ਗੈਟ ਕਰ ਲਾਂਗੇ। ਜੀ ਬਿਲਕੁਲ। 2 ਦਿਨਾਂ ਦੇ ਵਿੱਚ ਜਿਹੜੀਆਂ ਘਟਨਾ ਹੋਈਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਹੈ ਤੇ ਕਪੂਰਥਲੇ ਦੇ ਵਿੱਚ ਹੋਈ ਹੈ, ਉਸ ਤੋਂ ਬਾਅਦ ਜਿਹੜੇ ਦੋਸ਼ੀ ਸੀਗੇ ਉਹਨੂੰ ਸੋਧਾ ਵੀ ਲਾਇਆ ਗਿਆ। ਪਰ ਆਪਣੇ ਪੰਜਾਬ ਦੇ ਵਿੱਚੋਂ ਕੁਝ ਲੋਕ ਅਜਿਹੇ ਵੀ ਨੇਗੇ, ਕੁਝ ਕੁ % ਲੋਕ ਹੀ ਨੇਗੇ ਜਿਹੜੇ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਨੇ ਕਿ ਵੀ ਜਿਹੜਾ ਕਾਨੂੰਨ ਹੈ ਆਪਦੇ ਹੱਥ 'ਚ ਨਹੀਂ ਲੈਣਾ ਚਾਹੀਦਾ। ਤੇ ਇਹ ਚੀਜ਼ ਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਹੋ? ਜਿਹੜਾ ਕਾਨੂੰਨ ਹੱਥ ਵਿੱਚ ਲੈ ਕੇ ਸਿੰਘਾਂ ਨੇ ਉਹਨਾਂ ਦੋਸ਼ੀਆਂ ਨੂੰ ਸੋਧਾ ਲਾਇਆ, ਕਿਸ ਹੱਦ ਤੱਕ ਤੁਸੀਂ ਸਹੀ ਮੰਨਦੇ ਹੋ? ਮੈਂ ਇਸ ਚੀਜ਼ ਨੂੰ ਕਹਿਣਾ ਚਾਹੁੰਦਾ, ਦੇਖੋ ਸੋਧਾ ਲਾਉਣਾ ਤਾਂ ਇੱਕ ਸਭ ਤੋਂ ਲਾਸਟ ਵਾਲਾ ਪਾਰਟ ਹੁੰਦਾ। ਗੁਰੂਆਂ ਨੇ ਕਿਹਾ ਸਾਡਿਆਂ ਨੇ ਵੀ ਜੇ ਪਾਣੀ ਪੁਲਾਂ ਤੋਂ ਉੱਪਰ ਲੰਘ ਜੇ, ਸਾਡੇ ਪਹਿਲੇ 5-6 ਗੁਰੂ ਹੋਏ ਨੇ, ਉਹਨਾਂ ਨੇ ਬਿਲਕੁਲ ਵੀ ਤਲਵਾਰ ਨਹੀਂ ਚੱਕੀ। ਜਦੋਂ ਐਂਡ ਤੇ ਆ ਕੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਹਾ ਦਿੱਤਾ ਗਿਆ, ਉਸ ਤੋਂ ਬਾਅਦ ਜਾ ਕੇ ਸਾਨੂੰ ਤਲਵਾਰ ਚੱਕਣੀ ਪਈ। ਉਦੋਂ ਜਾ ਕੇ ਸਾਨੂੰ ਵੱਡੇ ਪੱਧਰ ਤੇ ਜੰਗਾਂ ਲੜਨੀਆਂ ਪਈਆਂ। 10ਵੇਂ ਗੁਰੂ ਨੇ ਜਾ ਕੇ ਵੱਡੇ ਪੱਧਰ ਤੇ ਲੜਾਈ ਲੜੀ, ਉਹਨਾਂ ਨੇ ਬੜੇ ਵੱਡੇ ਪੱਧਰ ਤੇ ਲੜਾਈ ਲੜ ਕੇ ਜ਼ੁਲਮ ਦਾ ਖਾਤਮਾ ਕੀਤਾ, ਮੁਗਲਾਂ ਦੀ ਨੀਂਹ ਪੱਟੀ, ਜੜ ਪੱਟੀ ਉਹਨਾਂ ਦੀ। ਉਸੇ ਤਰ੍ਹਾਂ ਮੈਂ ਕਹੂੰਗਾ ਸੋਧਾ ਲਾਉਣਾ ਹਰ ਹੱਦ ਤੱਕ ਸਹੀ ਆ, ਪਰ ਉਹ ਸੋਧੇ ਦੀ ਤਹਿਕੀਕਤ ਤੱਕ ਜਾਣਾ, ਉਹਦੀ ਇਨਵੈਸਟੀਗੇਸ਼ਨ ਕਰਨੀ, ਉਹਦੇ ਅੰਦਰਲੇ ਪਾਸੇ ਦੇਖਣਾ ਵੀ ਇਹਦੇ ਪਿੱਛੇ ਏਜੰਸੀ ਕਿਹੜੀ ਕੰਮ ਕਰਦੀ ਆ, ਕਿਹੜੇ ਬੰਦੇ ਇਹਦੇ ਥੱਲੇ, ਕਿਹੜੇ ਇਹਦੇ ਪਿੱਛੇ ਤਾਕਤ ਕੰਮ ਕਰਦੀ ਆ ਕਿ ਵੀ ਇਹ ਬੰਦਾ ਜਿਹੜਾ ਸਾਡੇ ਤੱਕ ਪਹੁੰਚ ਕਰ ਗਿਆ। ਜਿਹੜਾ ਬੰਦਾ ਏਡੀ ਵੱਡੀ ਜਗ੍ਹਾ ਦੇ ਉੱਤੇ ਜਾ ਕੇ, ਸਾਡਾ ਹਰਿਮੰਦਰ ਸਾਹਿਬ ਯਾਰ ਇੱਕ ਬਹੁਤ ਵੱਡੀ ਜਗ੍ਹਾ ਹੈਗੀ, ਸਾਡਾ ਇੱਕ ਮੱਕਾ ਗਾ, ਸਾਡੇ ਸਿੱਖਾਂ ਦਾ ਮੱਕਾ ਗਾ, ਉੱਥੇ ਜਾ ਕੇ ਬੰਦਾ ਯਾਰ ਏਡੀ ਜ਼ੁਰਤ ਨਾਲ ਉਹਦੇ ਵਿੱਚ ਸਾਲ ਮਾਰਦਾ ਬੈਰੀਗੇਡ ਦੇ ਵਿੱਚ ਅੰਦਰਲੀ ਸਾਈਡ ਜਿੱਥੇ ਸਾਡਾ ਗੁਰੂ ਗ੍ਰੰਥ ਸਾਹਿਬ ਟਿਕਿਆ ਹੋਇਆ ਗਾ, ਤੇ ਉਹਦਾ ਐਡਾ ਵੱਡਾ ਅਪਮਾਨ ਹੁੰਦਾ ਵੀ ਯਾਰ ਉਹਨਾਂ ਨੂੰ ਸੋਚਣਾ ਚਾਹੀਦਾ ਠੰਡੇ ਦਿਮਾਗ ਦੇ ਨਾਲ ਵੀ ਇਸ ਬੰਦੇ ਦਾ ਨਸ਼ਾ ਵੀ ਕੀਤਾ ਹੋ ਸਕਦਾ। ਇਹਨੂੰ ਬਾਹਰ ਕੱਢ ਕੇ ਇਹਨੂੰ 5, 10, 15 ਦਿਨ ਫਿਜ਼ੀਕਲੀ ਤੌਰ ਤੇ, ਮੈਂਟਲੀ ਤੌਰ ਤੇ ਟੌਰਚਰ ਕਰਕੇ, ਜਿਵੇਂ ਆਮ ਸਾਡੇ ਅੱਤਵਾਦੀ ਆ ਜਾਂਦੇ ਨੇ, ਜਿਵੇਂ ਕਸਾਬ ਨੂੰ ਕਰਿਆ ਸੀ, ਬੰਬੇ ਦੇ ਵਿੱਚ ਰੱਖਿਆ ਗਿਆ, ਉਹਨੂੰ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ, ਕਾਲੇ ਪਾਣੀ ਰੱਖਿਆ ਗਿਆ, ਉਹਨੂੰ ਟੌਰਚਰ ਕਰਕੇ ਸਾਰਾ ਕੁਝ ਪੁੱਛ ਕੇ ਫਿਰ ਜਾ ਕੇ ਸਾਡੇ ਇੱਥੇ ਜਿਹੜਾ ਜੰਮੂ ਦੇ ਵਿੱਚ ਅਟੈਕ ਕੀਤਾ ਗਿਆ ਸੀਗਾ ਫੌਜ ਦੁਆਰਾ। ਉਸੇ ਤਰ੍ਹਾਂ ਸਾਨੂੰ ਵੀ ਇਹ ਚੀਜ਼ ਦੇਖਣੀ ਚਾਹੀਦੀ ਆ। ਸੋਧਾ ਲਾਉਣਾ ਸਾਡਾ ਐਂਡ ਵਾਲਾ ਪਾਰਟ ਆ। ਮੈਂ ਵੀ ਇਹ ਚੀਜ਼ ਦਾ ਕਿਤੇ ਨਾ ਕਿਤੇ ਜਾ ਕੇ ਚੀਜ਼ ਦਾ ਮੈਂ ਵਿਰੋਧ ਕਰਦਾ, ਚਾਹੇ ਮੈਨੂੰ ਥੱਲੇ ਕਮੈਂਟਾਂ ਥੱਲੇ ਮੇਰੇ ਦੋਸਤ ਗਾਲਾਂ ਕੱਢਣ, ਪਰ ਮੈਂ ਕਹਿਣਾ ਸੋਧਾ ਲਾ ਦਿੰਦੇ। ਸੋਧਾ ਲਾਉਣਾ ਜ਼ਰੂਰੀ ਆ, ਪਰ ਉਹਨੂੰ ਪੁੱਛ ਪੜਤਾਲ ਕਰਕੇ ਸੋਧਾ ਲਾ ਦਿੰਦੇ, ਕਿਉਂਕਿ ਸਿੰਘ ਸਾਡੇ ਬਹੁਤ ਜੁਝਾਰੂ ਨੇ, ਮਜ਼ਬੂਤ ਨੇ। ਪਰ ਮੈਂ ਅੱਗੇ ਤੋਂ ਵੀ ਇਹ ਗੱਲ ਕਹਿਣੀ ਚਾਹੁੰਦਾ, ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ। ਇੱਕ ਵੱਡਾ ਮੈਸੇਜ ਇਹ ਆ ਮੇਰਾ ਵੀ ਸੋਧਾ ਲਾਉਣ ਤੋਂ ਪਹਿਲਾਂ ਉਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਵੇ, ਉਹਦੀ ਜਾਂਚ ਕੀਤੀ ਜਾਵੇ, ਉਹਨੂੰ ਪੂਰਾ ਦੇਖਿਆ ਜਾਵੇ। 15 ਦਿਨ 10 ਦਿਨ ਆਪਣਾ ਜਿਹੜਾ ਅਕਾਲ ਤਖਤ ਬਣਿਆ ਹੋਇਆ ਉਹ ਕਿਸੇ ਚੀਜ਼ ਤੋਂ ਘੱਟ ਨਹੀਂ, ਉਹ ਕਿਸੇ ਹਕੂਮਤ, ਕਿਸੇ ਮਤਲਬ ਕਿ ਜੁਡੀਸ਼ਰੀ ਤੋਂ ਘੱਟ ਨਹੀਂ ਹੈਗਾ। ਉਹ ਸਾਡੀ ਇੱਕ ਜੁਡੀਸ਼ਰੀ ਆ, ਨਿਆਂਪਾਲਿਕਾ, ਉੱਥੇ ਅਸੀਂ ਕਰ ਸਕਦੇ ਹਾਂ, ਉੱਥੇ ਫੈਸਲੇ ਕਰ ਸਕਦੇ, ਉੱਥੇ ਕੋਈ ਪੋਲੀਟੀਕਲ ਪਾਰਟੀ ਸਾਡੇ 'ਤੇ ਪ੍ਰੈਸ਼ਰ ਨਹੀਂ ਬਣਾ ਸਕਦੀ। ਦੂਜੇ ਨੰਬਰ ਤੋਂ ਇੱਕ ਸੁਝਾਅ ਦੇਣਾ ਚਾਹੁੰਦਾ ਕਮੇਟੀ ਨੂੰ ਕਿ ਵੀ ਜਿਹੜੇ ਗੁਟਕਾ ਸਾਹਿਬ ਨੇ ਸਾਡੇ, ਕਹਿ ਦਈਏ ਆਪਾਂ ਸੁਖਮਣੀ ਸਾਹਿਬ ਹੋ ਗਿਆ, ਜਪਜੀ ਸਾਹਿਬ ਹੋ ਗਿਆ, ਜਿਹੜੇ ਪਾਰਟ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੂੰ
ਦੁਕਾਨਾਂ ਤੇ ਵੇਚਣ ਦਾ ਇੱਕ ਮਤਾ ਪਾ ਕੇ ਬੰਦ ਕੀਤਾ ਜਾਵੇ ਔਰ ਵੱਡੇ ਪੱਧਰ ਦੇ ਉੱਤੇ ਪਰਮਿਸ਼ਨ ਦਿੱਤੀ ਜਾਵੇ ਗੁਰਦੁਆਰਿਆਂ ਨੂੰ, ਚੰਦ ਗੁਰਦੁਆਰਿਆਂ ਨੂੰ ਜਿਹੜੇ ਹਿਸਟੋਰੀਕਲ ਨੇ ਉਹਨਾਂ ਨੂੰ ਦੇ ਕੇ ਪਰਮਿਸ਼ਨ ਉਹਨਾਂ ਗੁਰਦੁਆਰਿਆਂ ਥਰੂ ਉਹਨਾਂ ਦੇ ਉੱਤੇ ਇੱਕ ਡਾਇਰੀ ਨੰਬਰ ਲਾ ਕੇ ਕੋਡ ਲਾ ਕੇ ਲੋਕਾਂ ਨੂੰ ਜਿਹੜਾ ਉਹ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ ਖੇੜੀ ਸਾਹਿਬ। ਧੰਨਵਾਦ ਜੀ ਤੁਹਾਡਾ ਬਹੁਤ। ਅੱਜ ਖੇੜੀ ਸਾਹਿਬ ਨਾਲ ਅਸੀਂ ਗੱਲਬਾਤ ਕਰੀਏ। ਖੇੜੀ ਸਾਹਿਬ ਨਾਲ ਗੱਲਬਾਤ ਕਰਨ ਦਾ ਸਾਡਾ ਮਕਸਦ ਇਹੀ ਸੀ ਕਿ ਕੁਝ ਕੁ ਸਮਾਜ ਦੇ ਵਿੱਚ ਸਵਾਲ ਉੱਠ ਰਹੇ ਨੇਗੇ, ਵੱਡੇ ਸਵਾਲ ਉੱਠ ਰਹੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਜਵਾਬ ਲੋਕਾਂ ਨੂੰ ਨਹੀਂ ਮਿਲ ਰਹੇ ਸੀ। ਅੱਜ ਸਾਡਾ ਵੀਡੀਓ ਕਰਨ ਦਾ ਮਕਸਦ ਇਹੀ ਸੀ ਕਿ ਤੁਹਾਨੂੰ ਦੱਸਿਆ ਜਾਵੇ ਕਿ ਜੋ ਘਟਨਾਵਾਂ ਹੋ ਰਹੀਆਂ ਨੇ, ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਉਹਨਾਂ ਨੂੰ ਕਿਹੜੀ ਪਿੱਛੋਂ ਦੀ ਕੰਪਨੀ ਹੈ ਜਿਹੜੀ ਚਲਾ ਰਹੀ ਹੈ। ਖੇੜੀ ਸਾਹਿਬ ਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਜੋ ਵੀ ਆਪਣੇ ਜਪਜੀ ਸਾਹਿਬ ਹੋ ਗਿਆ, ਅਖੰਡ ਪਾਠ ਸਾਹਿਬ ਹੋ ਗਿਆ, ਆਪਣੇ ਗੁਰੂ ਗ੍ਰੰਥ ਸਾਹਿਬ ਜੋ ਦੁਕਾਨਾਂ ਦੇ ਉੱਤੇ ਵਿਕਦੇ ਨੇ ਉਹ ਬੰਦ ਹੋਣੇ ਚਾਹੀਦੇ ਨੇ, ਤੇ ਉਸ ਤੋਂ ਬਾਅਦ ਕੋਈ ਇੱਕ ਸ਼ਾਪ ਨੂੰ ਸਰਟੀਫਿਕੇਟ ਜਾਰੀ ਹੋਣਾ ਚਾਹੀਦਾ ਹੈ ਕਿ ਜੇ ਕੋਈ ਵੇਚੂਗਾ ਤਾਂ ਉਸ ਉੱਤੇ ਸਪੈਸ਼ਲ ਲੇਜ਼ਰ ਨੰਬਰ ਲਿਖ ਕੇ, ਬੁੱਕ ਨੰਬਰ ਲਿਖ ਕੇ ਉਸ ਨੂੰ ਰਜਿਸਟਰ ਕੀਤਾ ਜਾਊਗਾ। ਸੋ ਉਮੀਦ ਇਹੀ ਰਹੂਗੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਇਹ ਵੀਡੀਓ ਹੈ ਪੰਜਾਬ ਸਰਕਾਰ ਤੱਕ ਜਾਂ ਫਿਰ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕੇ। ਜਿਹੜੀਆਂ ਚੰਗੀਆਂ ਗੱਲਾਂ ਨੇ ਜਸਵੀਰ ਸਿੰਘ ਖੇੜੀ ਸਾਹਿਬ ਨੇ ਦੱਸੀਆਂ ਨੇ ਉਹ ਲੋਕਾਂ ਦੇ ਦਿਮਾਗ ਵਿੱਚ ਪੈ ਕੇ ਇਸ ਚੀਜ਼ ਦਾ ਅਮਲ ਹੋ ਸਕੇ। ਉਮੀਦ ਇਹੀ ਰਹੂਗੀ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਣ ਵਾਲੇ ਮੁੱਦੇ ਨੇ ਜਾਂ ਫਿਰ ਕਹਿ ਸਕਦੇ ਆਪਾਂ ਸਮਾਜ ਦੇ ਵਿੱਚ ਚੱਲ ਰਹੇ ਮੁੱਦੇ ਨੇ ਸਮੇਂ ਸਿਰ ਤੁਹਾਡੇ ਸਾਹਮਣੇ ਕਰ ਦਈਏ। ਉਦੋਂ ਤੱਕ ਦੇ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ। ਮੈਨੂੰ ਯਾਨੀ ਕਿ ਹਰਦੀਪ ਸ਼ੇਰਪੁਰ ਦਿਓ ਇਜਾਜ਼ਤ। ਧੰਨਵਾਦ।